ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਢਹਿ ਪਾਉ, ਸਭ ਕਿਛ ਜਾਣੈ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਸਤਿਗੁਰ ਕੈ ਭਾਣੈ ਭੀ ਚਲਹਿ, ਤਾਂ ਦਰਗਹਿ ਪਾਵਹਿ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿਨ ਧਿਗ ਪਹਿਨਣ ਧਿਗ ਖਾਣ। ਨਾਨਕ ਜੇ ਨਾਮ ਨ ਚੇਤਨੀ, ਤਿਨ ਧਿਗ ਪਹਿਨਣ ਧਿਗ ਖਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਤੇ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਸੋਰਠ ਦੀ ਵਾਰ ਦਾ ਹੈ। 11ਵਾਂ ਸ਼ਬਦ ਹੈ। ਇਸ ਵਿੱਚ 2 ਸ਼ਲੋਕ ਤੇ ਇੱਕ ਪੌੜੀ ਹੈ। ਦੋਨੋਂ ਹੀ ਸ਼ਲੋਕ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਨੇ। ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ। 646 ਅੰਕ 'ਤੇ ਉਪਦੇਸ਼ ਹੈ। ਮਹਾਰਾਜ ਜੀ ਕੀ ਬਚਨ ਕਰਦੇ ਨੇ, ਆਓ ਸਮਝੀਏ। ਸ਼ਲੋਕ ਮਹੱਲਾ ਤੀਜਾ। ਸਿੱਖਾ ਚੌ ਚੱਕਿਆ ਚੌ ਆਇਆ, ਇਹੋ ਮਨ ਇਕਤ ਘਰ ਆਣ। ਉਥਾਨਕਾ ਵੀ ਇਸ ਸ਼ਬਦ ਦੀ ਦੱਸਦੇ ਨੇ ਕਿ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜੇ ਸਿੱਖਾਂ ਦੇ ਘਰ ਸੀਗੇ, ਸੋ ਉਹਨਾਂ ਨੇ ਮਰਵਾਹਿਆਂ ਦੇ ਨਾਲ ਮਿਲ ਕੇ, ਮਰਵਾਹੇ ਖੱਤਰੀਆਂ ਦੇ ਨਾਲ ਮਿਲ ਕੇ ਗੁਰੂ ਕੀ ਸੰਗਤ ਦੇ ਨਾਲ ਬੜੀਆਂ ਬਦਤਮੀਜ਼ੀਆਂ ਕੀਤੀਆਂ ਸੀ। ਫਿਰ ਉਹਨਾਂ ਨੇ ਆਪਣੀ ਕਰਨੀ ਦਾ ਫਲ ਪਾ ਲਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਸਿੱਖਾਂ ਦਾ ਜਿਹੜਾ ਮੁਖੀ ਸੀ ਉਹਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਦੂਸਰਾ, ਸਿੱਖਾ ਦਾ ਅਰਥ ਹੁੰਦਾ ਸਿੱਖਿਆ ਲੈਣ ਦਾ ਚਾਹਵਾਨ, ਜਿਹਨੂੰ ਜਗਿਆਸੂ ਕਿਹਾ ਜਾਂਦਾ, ਜਿਸ ਦੇ ਅੰਦਰ ਆਸਾ ਜਾਗੀ ਹੋਈ ਹੁੰਦੀ ਹੈ। ਸੋ ਹੇ ਜਗਿਆਸੂ, ਮਹਾਰਾਜ ਹੁਣ ਉਪਦੇਸ਼ ਦੇ ਰਹੇ ਨੇ। ਕਹਿੰਦੇ ਚੌ ਚੱਕਿਆ ਚੌ ਵਾਇਆ। ਆਪਣੇ ਮਨ ਨੂੰ ਦੇਖ, ਇਹ ਤਾਂ ਚਫੇਰ ਗੜੀਆ ਬਣਿਆ ਹੋਇਆ। ਚੌ ਚੱਕਿਆ ਚੌ ਵਾਇਆ ਦਾ ਅਰਥ ਹੁੰਦਾ ਜਿਹੜਾ ਚਫੇਰ ਗੜੀਆ ਹੋਵੇ, ਚਾਰੇ ਪਾਸੇ ਵਗ ਜਾਵੇ। ਭਾਈ ਮਨ ਤਾਂ ਤੇਰਾ ਚਫੇਰ ਗੜੀਆ ਬਣਿਆ ਹੋਇਆ, ਇਹਨੂੰ ਇੱਕ ਘਰ ਵਿੱਚ ਲੈ ਕੇ ਆ। ਇਹ ਮਨ ਇਕਤ ਘਰ ਆਣ, ਇਹਨੂੰ ਇੱਕ ਘਰ ਵਿੱਚ ਲੈ ਕੇ ਆ। ਕਿਉਂਕਿ ਮਨ ਦਾ ਸਿਸਟਮ ਹੁੰਦਾ ਹੈ ਵੀ ਇਹ ਜੋ ਵੇਖ ਲਿਆ, ਕਿਉਂਕਿ ਮਨ ਦੀਆਂ ਵੀ ਆਪਣੀਆਂ ਅੱਖਾਂ ਆ, ਮਨ ਦੇ ਕੰਨ ਨੇ, ਮਨ ਦੇ ਹੱਥ ਨੇ, ਮਨ ਦੇ ਪੈਰ ਨੇ। ਜੋ ਵੇਖ ਲਿਆ ਉੱਧਰ ਨੂੰ ਭੱਜ ਜਾਣਾ, ਜੋ ਸੁਣ ਲਿਆ ਉੱਧਰ ਨੂੰ ਭੱਜ ਜਾਣਾ। ਸੋ ਇਹੋ ਸੱਚਮੁੱਚ ਹੀ ਚਫੇਰ ਗੜੀਆ ਬਣਿਆ ਹੋਇਆ ਹੈ ਵੀ ਹੇ ਸਿੱਖਾ, ਤੇਰੇ ਮਨ ਵਿੱਚ ਚਾਹਤ ਤਾਂ ਸਿੱਖਿਆ ਲੈਣ ਦੀ ਹੈ ਵੀ ਮੈਂ ਕੁਛ ਸਿੱਖਣਾ ਹੈ। ਜਿੰਨਾ ਚਿਰ ਤੇਰਾ ਮਨ ਇੱਕ ਜਗ੍ਹਾ ਨਹੀਂ ਟਿਕਦਾ,
ਤੂੰ ਕਿਵੇਂ ਸਿੱਖਿਆ ਲੈ ਸਕਦਾ? ਨਹੀਂ ਸਿੱਖਿਆ ਲੈ ਸਕਦਾ। ਇਸ ਕਰਕੇ ਆਪਣੇ ਇਸ ਚਫੇਰ ਗੜੀਏ ਮਨ ਨੂੰ ਇੱਕ ਘਰ ਵਿੱਚ ਲੈ ਕੇ ਆ, ਭਾਵ ਥਿਰ ਕਰ ਬੈਸੋ, ਆਪਣੇ ਹਿਰਦੇ ਦੇ ਵਿੱਚ ਇਸ ਨੂੰ ਟਿਕਾ। ਇਹ ਮਨ ਇਕਤ ਘਰ ਆਉਣ, ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਇਹੜ ਹੁੰਦਾ ਇਹ ਦੇਹੀ, ਅਸਲ ਦੇ ਵਿੱਚ ਇਹ ਜਿਹੜਾ ਮਨ ਆ ਇਸ ਦੇਹੀ ਦੇ ਦੁਆਲੇ ਹੀ ਲੱਗਾ ਰਹਿੰਦਾ। ਇਸ ਨੂੰ ਸਵਾਰ ਲਿਆ, ਖਲਾ ਲਿਆ, ਪੜਾ ਲਿਆ, ਮਾੜੀ ਮੋਟੀ ਕੋਈ ਬਿਮਾਰੀ ਆ ਗਈ ਇਹਦਾ ਫਿਕਰ ਪੈ ਜਾਣਾ ਹੈ। ਸੋ ਬਸ ਦੇਹੀ ਦੇ ਦੁਆਲੇ ਇਹੜ, ਇਸ ਦੇਹੀ ਦੇ ਦੁਆਲੇ ਲੱਗਾ ਰਹਿੰਦਾ। ਤੇਹੜ ਹੁੰਦਾ ਆ ਤਿੰਨ ਗੁਣ, ਰਜੋ ਤਮੋ ਸਤੋ, ਇਹਨੂੰ ਤੇਹੜ ਕਹਿ ਦਿੱਤਾ। ਹੇ ਮਨਾ, ਤੂੰ ਇਸ ਦੇਹੀ ਵਿੱਚ ਫਸਿਆ, ਦੇਹੀ ਦੇ ਵਿੱਚ ਜਿਹੜੇ ਤਿੰਨ ਗੁਣ ਨੇ ਰਜੋ ਤਮੋ ਸਤੋ, ਉਹਨਾਂ ਵਿੱਚ ਫਸ ਗਿਆ। ਕਹਿੰਦੇ ਇਹਨਾਂ ਦਾ ਖਹਿੜਾ ਛੱਡ, ਤਿੰਨਾਂ ਗੁਣਾਂ ਨੂੰ ਵੀ ਛੱਡ, ਅਤੇ ਜਿਹੜਾ ਸਰੀਰ ਦੁਆਲੇ ਹਰ ਵਕਤ ਜੁੜਿਆ ਰਹਿਣਾ, ਕਹਿੰਦੇ ਇਹ ਵੀ ਛੱਡ। ਅਤੇ ਕਰਨਾ ਕੀ? ਕਹਿੰਦੇ ਗੁਰੂ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨੂੰ ਜਾਣ। ਸੋ ਇਹ ਦੇਹੀ ਨੂੰ ਵੀ ਅਗਰ ਤੂੰ ਗੁਰੂ ਦੇ ਸ਼ਬਦ ਦੇ ਨਾਲ ਜੁੜੇਗਾ ਨਾ, ਅਤੇ ਦੇਹੀ ਨੂੰ ਵੀ ਸਮਝ ਲਵੇਂਗਾ। ਦੇਹੀ ਕਾਹਦੇ ਵਾਸਤੇ ਹੈ? ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਜ਼ਿਕਰ ਕਰਦੇ ਆ, ਕਹਿੰਦੇ ਜਿਹੜਾ ਜੋਗੀ ਹੁੰਦਾ ਹੈ ਸੋ ਉਹਦਾ ਸਾਰਾ ਧਿਆਨ ਆਪਣੇ ਸਰੀਰ 'ਤੇ ਕੇਂਦਰਿਤ ਹੁੰਦਾ ਹੈ। ਉਹ ਵੀ ਸਰੀਰ ਦੇ ਭੇਦ ਨਹੀਂ ਪਾ ਸਕਦਾ। ਜਿਹੜਾ ਗੁਰੂ ਦੇ ਸ਼ਬਦ ਨਾਲ ਪਹਿਚਾਣ ਬਣਾ ਲਵੇ, ਉਹ ਸਰੀਰ ਦੇ ਭੇਦ ਸਾਰੇ ਹੀ ਜਾਣ ਲੈਂਦਾ। ਸੁਣਿਆ ਜੋਗ ਜੋਗਤ ਤਨ ਭੇਦ। ਸੋ ਸਰੀਰ ਦਾ ਭੇਦ, ਕਿਹੜਾ ਭੇਦ ਸਰੀਰ ਦਾ? ਜਿਹੜਾ ਉਤੋਂ ਛੁਪਿਆ ਹੋਇਆ ਹੁੰਦਾ ਹੈ। ਸਾਰੇ ਭੇਦਾਂ ਦਾ ਜਾਣੂਕਾਰ ਹੋ ਜਾਂਦਾ ਹੈ। ਤੂੰ ਏੜ ਤੇੜ ਛੱਡ ਦੇ, ਸ਼ਬਦ ਦੇ ਨਾਲ ਜੁੜ। ਦੇਹੀ ਮਿਲਣੀ ਸੀ, ਦੇਹੀ ਮਿਲ ਗਈ ਹੈ ਤੈਨੂੰ। ਅਤੇ ਹੁਣ ਜਿੰਨਾ ਚਿਕਰ ਅਕਾਲ ਪੁਰਖ ਨੇ ਇਹਨੂੰ ਸਵਾਸ ਦਿੱਤੇ ਹੋਏ ਨੇ, ਇਹ ਦੇਹੀ ਕਿਤੇ ਨਹੀਂ ਜਾਂਦੀ। ਜਿੰਨਾ ਚਿਕਰ ਉਸ ਦੇ ਸਵਾਸ ਨੇ ਅਤੇ ਅਕਾਲ ਪੁਰਖ ਨੂੰ ਇਸ ਦੇਹੀ ਦਾ ਫਿਕਰ ਹੈ। ਜੇ ਮਾਂ ਦੇ ਗਰਭ ਵਿੱਚ ਇਸ ਨੂੰ ਸਾਜ ਕੇ ਅਤੇ ਸਵਾਰ ਸਕਦਾ, ਜੇ ਹੁਣ ਜਨਮ ਦਿੱਤਾ ਹੋਇਆ ਤਾਂ ਕਿਉਂ ਨਹੀਂ ਤੈਨੂੰ ਸਾਜੇਗਾ, ਸਵਾਰੇਗਾ, ਤੈਨੂੰ ਦੇਵੇਗਾ। ਸੋ ਭਾਵ ਭਰੇਗਾ, ਤੈਨੂੰ ਰਿਜ਼ਕ ਦੇਵੇਗਾ। ਇਸ ਕਰਕੇ ਇੱਧਰਲੇ ਪਾਸੇ ਖਿਆਲ ਛੱਡ ਕੇ ਤਿੰਨਾਂ ਗੁਣਾਂ ਤੋਂ ਆਪਣੀ ਬਿਰਤੀ ਨੂੰ ਉਤਾਂਹ ਚੁੱਕਣ ਦੀ ਕੋਸ਼ਿਸ਼ ਕਰ, ਗੁਰੂ ਕੇ ਸ਼ਬਦ ਦੀ ਸਹਾਇਤਾ ਦੇ ਨਾਲ। ਸ਼ਬਦ ਤੋਂ ਬਿਨਾਂ ਤਿੰਨਾਂ ਗੁਣਾਂ ਦੇ ਭਰਮ ਨੂੰ ਤੋੜਿਆ ਨਹੀਂ ਜਾ ਸਕਦਾ। ਤਿੰਨਾਂ ਗੁਣਾਂ ਦੇ ਚੱਕਰਵੀਰ ਦੇ ਵਿੱਚੋਂ ਨਿਕਲ ਨਹੀਂ ਸਕਦਾ ਬਿਨਾਂ ਸ਼ਬਦ ਦੀ ਮਦਦ 'ਤੇ। ਕਹਿੰਦੇ ਗੁਰੂ ਕੇ ਸ਼ਬਦ ਪਛਾਣ। ਹਾਂ, ਕਿਵੇਂ ਨਿਕਲਣਾ? ਤੂੰ ਕੁਝ ਨਹੀਂ ਕਰਨਾ। ਮਹਾਰਾਜ ਕਹਿੰਦੇ ਸਿਰਫ ਸ਼ਬਦ ਨੂੰ ਸਮਝਣਾ ਆ, ਬਾਕੀ ਸਾਰਾ ਕੰਮ ਮਹਾਰਾਜ ਕਰਦੇ, ਆਪ ਹੀ ਕਰਦੇ। ਬੱਚਾ ਫਿਰ ਸ਼ਬਦ ਵੀ ਸਮਝ ਨਹੀਂ ਲੱਗਦੀ, ਉਹ ਵੀ ਮਹਾਰਾਜ ਨੂੰ ਬੇਨਤੀ ਕਰ ਵੀ ਮਹਾਰਾਜ ਅੰਦਰਲੀ ਸੋਝੀ ਦਿਓ। ਹੁਣ ਬਾਹਰਲੇ ਅੱਖਰਾਂ ਦੁਆਰਾ ਤਾਂ ਸੋ ਆਮ ਵਿਦਵਾਨ ਸਮਝ ਜਾਂਦੇ ਹੈ, ਅਤੇ ਮਹਾਰਾਜ ਉਹ ਸਮਝਾਓ ਜਿਨ੍ਹਾਂ ਦੇ ਅੱਖਰੇ ਨਹੀਂ ਹੁੰਦੇ, ਉਹ ਸਮਝਾਓ ਬਾਤ ਮੈਨੂੰ। ਉਹ ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ, ਸਤਿਗੁਰ ਅੱਗੇ ਢਹਿ ਪਾਉ, ਸਭ ਕਿਛ ਜਾਣੈ ਜਾਣ। ਆਪਾ ਸਮਰਪਣ। ਗੁਰੂ ਦੇ ਅੱਗੇ ਉਹ ਢਹਿ ਪੈਂਦਾ ਹੈ ਜਿਹੜਾ ਇਹ ਜਾਣਦਾ ਵੀ ਗੁਰੂ ਨੂੰ ਸਾਰਾ ਕੁਝ ਪਤਾ ਹੈ। ਗੁਰੂ ਮੇਰੀਆਂ ਚੰਗਿਆਈਆਂ ਬੁਰਿਆਈਆਂ ਸਾਰੀਆਂ ਜਾਣਦਾ ਹੈ। ਜਿੰਨਾ ਚਿਕਰ ਮੈਂ ਇਹ ਬਾਤ ਮੰਨ ਨਹੀਂ ਲੈਂਦਾ ਵੀ ਸਤਿਗੁਰੂ ਜੀ ਮੇਰੀਆਂ ਬੁਰਿਆਈਆਂ ਵੀ ਜਾਣਦੇ ਨੇ, ਚੰਗਿਆਈਆਂ ਵੀ ਜਾਣਦੇ ਨੇ, ਉਹਨਾਂ ਚਿਕਰ ਮੈਂ ਨਹੀਂ ਢਹਿ ਪਾਵਾਂਗਾ। ਜਿਸ ਨੇ ਗੁਰੂ ਨੂੰ ਅੰਤਰਜਾਮੀ ਜਾਣਿਆ, ਉਹ ਗੁਰੂ ਦੇ ਅੱਗੇ ਢਹਿ ਪਿਆ। ਸੋ ਇਸ ਤਰੀਕੇ ਦੇ ਨਾਲ ਢਹਿਣਾ। ਉਂਝ ਤਾਂ ਸੋ ਗੁਰੂ ਦੇ ਅੱਗੇ ਸਾਰਾ ਸੰਸਾਰ ਨਿਭਦਾ, ਪਰ ਅੰਦਰੋਂ ਢਹਿ ਜਾਣਾ। ਬੰਦਾ ਉਹ ਢਹਿੰਦਾ, ਕਹਿੰਦਾ ਮੈਂ ਤਾਂ ਸਹਿਣ ਢਹਿ ਢੇਰੀ ਹੋ ਗਿਆ, ਢਹਿ ਢੇਰੀ ਵੀ ਮੇਰੇ ਬਾਰੇ ਤੈਨੂੰ ਸਾਰਾ ਹੀ ਪਤਾ, ਮੇਰੀਆਂ ਸਾਰੀਆਂ ਕਮਜ਼ੋਰੀਆਂ ਪਤਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਸੋ ਉਹ ਅੰਤਰਜਾਮੀ ਹੈ,
मैं सुनिया भगत वशल्या, ਜਦੋਂ मैं सुनिया ना भगत वशल्या फिर भगतां दी रखिया करदा, कंपत हों अंतरगत, मैनूं डर लगदा है। वो डर इस करके लगदा भी एक तां वो भगती वालियां दी रखिया करदा जिहड़े भगती करने वाले ने, दूसरा अंतरजामी है। मैं पाठ करके तो कह नहीं सकदा भगती करदा, उन तां अंदरों देखना भी किन्नी कुछ भगती हुई है। इस करके कहा ही नहीं जा सकता भी मैं तेरी बंदगी करदा है। जे मेरा मन ना शामिल होया तो मैं की कहांगा, तो फिर उस वक्त डर लगदा, भय आउंदा। पर जदों सुनिया पतित पवन पावन सुन, भी सुनिया भी तू पतित जिहड़े ने पतित डिगे हुए उन्होंने भी पवित्र कर दिना, फिर मन नूं हौसला है भी गुनाहगारां नूं भी बख्शदा, पापियां नूं भी बख्शदा, पतित जिहड़े ने उन्होंने भी बख्शदा, महाराज तू सदा ही बख्शिंदा है। सो जदों अंतरजामी जान लिया फिर डिगदा भी मेरियां गल्लां दा इसनूं सारा पता। जिन्ना जे अंतरजामी ना जाने फिर असीं चंगियाई दसांगे, आ कीता आ कीता आ कीता। जे पता अंतरजामी है फिर चंगियाई कदी नहीं दसांगे। पता भी भाई जी वो गल जी मैं नहीं दसनी इनू पता है, फिर बंदा टह पैंदा है। इस करके महाराज ने शब्द वरत्या, कहते सतगुर अगे टह पाओ, क्योंकि सब कुछ जान है जान, वो सब कुछ जानदा। आसा मनसा जलाए तू होई रहो मेहमान। अपनियां इच्छावां जड़ियां ने है ना, इन्हां नूं आप ही साड़ दे। आसा ते मनसा ये दोए पट जड़े महाराज कहते मन विच पता क्यों नहीं बंदा उतरदा, क्योंकि मन का दरवाजा बंद है। मन के आले दुआले विकार बैठे ने। बाणी कहती मन जिहड़ा विकारी वेड़िया विकारा कर्म कमाए, विकारा ने घेरिया होया। मन के अंदर जाण वास्ते इहदा दरवाजा खोलना पैना। उहनूं महाराज ने कहते बजर कपाट ने, बजर पत्थर के दरवाजे ने। वो किहड़े ने? आसा मनसा दोए पट जड़े, एक आसा ते एक मनसा। आसा शरीर लैवल ते मनसा मन के लैवल ते। भाव मनसा हुंदी डूंगी इच्छा, आसा हुंदी है ओपरी इच्छा। आसा मनसा, सो ये दोनों ही दरवाजे पट जड़े इन्हों खोलना पैना। बलास्ट हुंदा तो खोलदा, शब्द दे नाल धमाका हुंदा फिर खोलदे ने, उदा नहीं खोलदे। शब्द दे नाल अभ्यास नाल बलास्ट हुंदा, खुल जाते हैं। जिहड़ा अपने मन विच प्रवेश करदा है तो उसनों फिर अंदरों स्वरूप के दर्शन होंदे। अंदर मन दे विच, मन विच सारा कुछ ही है, मन विच सब कुछ है। मन दे विच जो टिका है वो दुनिया दे होर किसी भी सुख विच टिका नहीं है। जो मन दे विच टिका है उत्थे फिर महाराज सच्चे पातशाह कहंदे आसा मनसा नूं जला दे, खत्म कर ला। कहंदे पातशाह कहंदे ते किवें इन्हां नूं साड़ी दा? महाराज कहंदे तरीका दस्सिया, कहंदे होए रहो मेहमान। अपने आप नूं प्राहुणा समझना, मेहमान समझना अपने आप नूं। सो जदों घर विच मेहमान आउंदा जां असीं किसी दे घर विच मेहमान बन के जांदे हैं, वो अंदर आउण नूं कहंदा आपां अंदर जाने, बैठण नूं कहूगा आपां बैठांगे। सो इत्थों जल पानी टेबल ते भी रख दो, जिन्ना चिर छकण नूं नहीं कहंदा आपां छकदे नहीं। मेहमान क्योंकि बड़ा मेहमान नवाजी की हुंदी है, तो मेहमान नवाजी करनी आवे ते प्राहुणचारी कराउणी भी आवे फिर हुंदी है। सो दोनों चीज़ां होणियां चाहीदियां। सो मेहमान का आदर करना, सत्कार करना पता होना चाहिए। दूसरे पासे जे कदी मेहमान बन के जाने तो मेहमान किद्दां बनीदा ये भी पता होना चाहिए, फिर मान पाउंदा, फिर वो मेहमान जिहड़ा मान पाउंदा है। महाराज कहंदे मेहमान बन के रहो, अपने ही घर दे विच मेहमान बन के रहना हैगी तो बड़ी औखी गल, पर जे किते खेड़ कर जवे ना तो बड़ा कुछ प्राप्त कर लूगा। महाराज ने जुगती दसी है भी किद्दां आसा मनसा जलाई दी है। सतगुर कै भाण पीचल है, तां दरगह पावह मान।
ਵੀ ਜਿਹੜੇ ਸਤਿਗੁਰਾਂ ਦੇ ਭਾਣੇ ਵਿੱਚ ਚੱਲਦੇ ਨੇ, ਆਪਣਾ ਜੀਵਨ ਬਤੀਤ ਕਰਦੇ ਨੇ, ਫੇਰ ਕਿਤੇ ਜਾ ਕੇ ਦਰਗਾਹ ਦੇ ਵਿੱਚ ਉਹ ਮਾਣ ਪ੍ਰਾਪਤ ਕਰਦੇ ਨੇ। ਹੁਣ ਜਿਹੜੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਉਹਨਾਂ ਦਾ ਲੇਖਾ ਕਾਹਦਾ? ਲੇਖਾ ਕੋਈ ਨਾ ਪੁੱਛੋ, ਤਾਂ ਮਾਣ ਵਾਲੇ ਆ, ਉਹ ਤਾਂ ਚੀਫ ਗੈਸਟ ਹੋ ਗਏ, ਉਹਨਾਂ ਦਾ ਕੋਈ ਲੇਖਾ ਨਹੀਂ। ਪਾਤਸ਼ਾਹ ਕਹਿੰਦੇ ਆ, ਅੱਗੇ ਕਿਰਪਾ ਕਰਦੇ ਨੇ, ਕਹਿੰਦੇ ਨੇ ਨਾਨਕ ਜੇ ਨਾਮ ਨਾ ਚੇਤਨੀ, ਤਿਨ ਧਿਗ ਪਹਿਨਣ ਧਿਗ ਖਾਣ। ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ, ਉਹਨਾਂ ਦੇ ਖਾਣ ਨੂੰ ਤੇ ਉਹਨਾਂ ਦੇ ਪਹਿਨਣ ਨੂੰ ਤਿਰਕਾਰ ਹੈ। ਧਿਗ ਸ਼ਬਦ ਵਰਤ 100 ਵਾਰੀ ਫਿਟੇ ਮੂੰਹ ਕਹੋ ਤੇ ਫੇਰ ਜਾ ਕੇ ਤੇ ਤ੍ਰਿਗਾਰ ਇੱਕ ਤ੍ਰਿਗ ਬਣਦੀ। ਕਹਿੰਦੇ ਮਤਲਬ ਬਹੁਤ ਹੀ ਜਿਹੜਾ ਸਭ ਤੋਂ ਮਾੜਾ ਸ਼ਬਦ ਤ੍ਰਿਕਾਰ, ਤ੍ਰਿਕਾਰ ਦੇਣਾ, ਤ੍ਰਿਗ ਕਹਿ ਦੇਣਾ ਕਿਸੇ ਨੂੰ, ਬੜਾ ਮਾੜਾ ਸ਼ਬਦ ਹੈ। ਪਾਤਸ਼ਾਹ ਦੇ ਕਹਿੰਦੇ ਖਾਣ ਪੀਣ ਨੂੰ ਵੀ ਤ੍ਰਿਗ ਹੈ ਤੇ ਪਹਿਨਣ ਨੂੰ ਵੀ ਤ੍ਰਿਗ ਹੈ, ਜੇ ਉਹ ਨਾਮ ਨੂੰ ਚੇਤੇ ਨਹੀਂ ਕਰਦਾ। ਮਹੱਲਾ ਤੀਜਾ। ਹਰ ਗੁਣ ਤੋਟ ਨ ਆਵਹੀ, ਕੀਮਤ ਕਹਿਣ ਨ ਜਾਏ। ਸੋ ਜਿਹੜੇ ਹਰੀ ਦੇ ਗੁਣ ਨੇ, ਇਹਨਾਂ ਵਿੱਚ ਕਦੀ ਘਾਟਾ ਕਦੀ ਤੋਟਾ ਨਹੀਂ ਆਉਂਦਾ। ਤੂੰ ਗਾਹਕ ਤਾਂ ਬਣ ਹਰੀ ਦੇ ਗੁਣਾਂ ਦਾ, ਫਿਰ ਇਹਦੀ ਕੀਮਤ ਵੀ ਕੋਈ ਨਹੀਂ ਹੈ ਤੇ ਉਹ ਕੀਮਤ ਮੰਗਦਾ ਵੀ ਨਹੀਂ ਹੈ ਹਰੀ। ਸੋ ਉਹ ਸਿਰਫ ਸ਼ਰਧਾ ਮੰਗਦਾ, ਸ਼ਰਧਾ ਦੀ ਪੂੰਜੀ ਚਾਹੀਦੀ ਆ ਉਹਦੇ ਗੁਣ ਪ੍ਰਾਪਤ ਕਰਨ ਵਾਸਤੇ। ਕੀਮਤ ਅਸੀਂ ਦੇ ਹੀ ਨਹੀਂ ਸਕਦੇ, ਉਹ ਅਮੁੱਲ ਹੈ, ਅਮੁੱਲ ਗੁਣ, ਅਮੁੱਲ ਵਪਾਰ। ਗੁਣਾਂ ਦੀ ਗੱਲ ਕੀਤੀ, ਹਰੀ ਦੇ ਗੁਣਾਂ ਦੀ ਗੱਲ ਕੀਤੀ ਹੈ। ਦਇਆ, ਖਿਮਾ, ਗਰੀਬੀ, ਸਤ, ਸੰਤੋਖ, ਸ਼ੁਭ ਵਿਚਾਰ, ਮਿੱਠਾ ਬੋਲ, ਇਹ ਸਾਰੇ ਸ਼ੁਭ ਗੁਣ ਨੇ ਹਰੀ ਦੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਸੋ ਇਹਨਾਂ ਦੀ ਕੋਈ ਕੀਮਤ ਹੈ? ਹੁਣ ਜਿਹੜੀ ਬਾਣੀ ਦੀ ਵਿਚਾਰ ਹੈ, ਇਹ ਵੀ ਤਾਂ ਅਮੁੱਲ ਹੈ, ਇਹਦੀ ਕੋਈ ਕੀਮਤ ਥੋੜ੍ਹੀ ਹੈ। ਅਮੁੱਲ ਵਿਚਾਰ, ਉਹਦੇ ਗੁਣਾਂ ਦੀ ਵਿਚਾਰ ਕਰਨੀ, ਬਾਣੀ ਦੀ ਵਿਚਾਰ ਕਰਨੀ ਅਮੁੱਲ ਹੈ। ਇਸ ਕਰਕੇ ਹਰੀ ਦੇ ਗੁਣਾਂ ਦੀ ਕੀਮਤ ਕਹੀ ਹੀ ਨਹੀਂ ਜਾ ਸਕਦੀ। ਪਾਤਸ਼ਾਹ ਕਹਿੰਦੇ ਅਮੋਲਕ ਹੈ। ਹਜ਼ੂਰ ਕਹਿੰਦੇ ਫਿਰ ਉਹ ਬਖਸ਼ਿਸ਼ ਦੇ ਰੂਪ ਦੇ ਵਿੱਚ ਦਿੰਦਾ, ਤੈਨੂੰ ਕੋਈ ਘਾਟਾ ਨਹੀਂ ਪੈਂਦਾ, ਉਹ ਤਾਂ ਤੋਟਾ ਹੀ ਨਹੀਂ। ਇੱਕ ਗੁਣ ਵੀ ਦੇ ਦੇਵੇ, ਗੁਣ ਨਹੀਂ ਮੁੱਕਦਾ, ਕੋਈ ਗੁਣਾਂ ਦਾ ਘਾਟਾ ਨਹੀਂ ਕਦੀ ਹੁੰਦਾ। ਕਹਿੰਦੇ ਬਾਕੀ ਗੁਣ ਜਿਹੜੇ ਬਾਕੀ ਹੋਰ ਜੋ ਵੀ ਸੌਦਾ ਆ, ਜੋ ਵੀ ਸੰਸਾਰ ਦੇ ਵੀ ਸਾਰੇ ਸਭਨਾਂ ਦਾ ਘਾਟਾ, ਹਰੀ ਦੇ ਗੁਣਾਂ ਦਾ ਘਾਟਾ ਨਹੀਂ। ਹਰੀ ਦੇ ਗੁਣ ਜਿਹੜੇ ਵੱਧਦੇ ਹੀ ਵੱਧਦੇ ਨੇ। ਕਹਿੰਦੇ ਇਹਨਾਂ ਗੁਣਾਂ ਨੂੰ ਕਹਿ ਦਿੱਤਾ ਮਹਾਰਾਜ, ਕਹਿੰਦੇ ਬਿਨ ਗੁਣ ਭਗਤ ਨਾ ਹੋਏ ਤੇਰੀ। ਜੇ ਤਾਂ ਗੁਣ ਹੈਗੇ ਤਾਂ ਬੰਦਗੀ ਕਰ ਸਕਦਾ, ਜੇ ਹੈ ਨਹੀਂ ਤਾਂ ਨਹੀਂ। ਪੂੰਜੀ ਹੈਗੀ ਤਾਂ ਸੌਦਾ ਖਰੀਦ ਸਕਦਾ, ਤਾਂ ਨਹੀਂ ਖਰੀਦ ਸਕਦਾ। ਵੀ ਬੰਦਗੀ ਤਦ ਹੀ ਹੋਊਗੀ ਜੇ ਹਰੀ ਦੇ ਗੁਣ ਹੋਣਗੇ। ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ, ਕਹਿੰਦੇ ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮੈਂ ਰਹਿ ਸਮਾਏ। ਨਾਨਕ ਤੋਂ ਭਾਵ ਹੈ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਨਾਨਕ ਦੇ ਵਿਸ਼ਰਾਮ ਦੇਖ ਕੇ, ਗੁਰਮੁਖ ਹਰ ਗੁਣ ਰਵ ਹੈ। ਸੋ ਗੁਰੂ ਦੇ ਦੁਆਰਾ ਉਸ ਦੇ ਗੁਣਾਂ ਨੂੰ ਉਚਾਰਨ ਕਰਨਾ। ਜਿਹੜਾ ਗੁਰੂ ਦੇ ਦੁਆਰਾ ਉਸ ਦੇ ਗੁਣਾਂ ਦਾ ਉਚਾਰਨ ਕਰਦਾ, ਉਹ ਉਸ ਦੇ ਗੁਣਾਂ ਦਾ ਉਚਾਰਨ ਕਰਦਾ 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 ਗੁਣਾਂ ਦਾ ਹੀ ਰੂਪ ਹੋ ਜਾਂਦਾ, ਉਹਦੇ ਵਿੱਚ ਸਮਾ ਜਾਂਦਾ। ਹਰ ਗੁਣ ਸਮਾਏ। ਕਹਿੰਦੇ ਪੌੜੀ। ਹਰ ਚੋਲੀ ਦੇ ਸਵਾਰੀ, ਕੱਢ ਪੈਦੀ ਭਗਤ ਕਰ। ਜਿਹਦਾ ਕੱਪੜਾ ਹੁੰਦਾ ਹੈ, ਸੋ ਕੱਪੜਾ ਤਾਂ ਖੈਰ ਅੱਜ ਵੀ ਉਹੀ ਸਿਸਟਮ ਹੈ। ਅੱਜ ਮਸ਼ੀਨਾਂ ਦਾ ਕੰਮ ਆ ਚੁੱਕਾ ਹੈ, ਨਹੀਂ ਤਾਂ ਫਿਰ ਵੀ ਜਿਹੜੇ ਬੁਟੀਕ ਵਾਲੇ ਜਿਹਨਾਂ 'ਚ ਕਢਾਈਆਂ ਹੁੰਦੀਆਂ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਸੋ ਮਹਾਰਾਜ ਨੇ ਇਸ ਦੇਹੀ ਨੂੰ ਕੱਪੜਾ ਕਹਿ ਕੇ ਵੀ ਇਹ ਹਰੀ ਦੀ ਚੋਲੀ ਹੈ, ਇਹ ਹਰੀ ਨੇ ਸਾਨੂੰ ਕੱਪੜਾ ਦਿੱਤਾ ਹੋਇਆ। ਹੁਣ ਇਹਦੇ ਉੱਤੇ ਨਾ ਕਢਾਈ ਕਰ। ਮਹਾਰਾਜ ਕਹਿੰਦੇ ਕਢਾਈ ਕਰ। ਹੁਣ ਸਾਨੂੰ ਆਉਂਦੀ ਨਹੀਂ, ਸੋਹਣਾ ਬਣਾ ਲਾ, ਤੈਨੂੰ ਚਲੋ ਦੇਹੀ ਦਿੱਤੀ, ਕਹਿੰਦੇ ਸੋਹਣਾ ਬਣਾ ਲੈ ਤੇ ਕਢਾਈ ਕਰ ਲੈ। ਪਾਤਸ਼ਾਹ ਕਹਿੰਦੇ ਸਾਨੂੰ ਕਢਾਈ ਨਹੀਂ ਕਰਨੀ, ਉਹਦੀ ਕਢਾਈ ਕਿਹੜੀ ਕਰਨੀ? ਕਹਿੰਦੇ ਭਗਤੀ ਦੀ, ਭਗਤੀ ਦੀ ਕਹਿੰਦੇ ਕਢਾਈ ਕਰ। ਪਾਤਸ਼ਾਹ ਕਹਿੰਦੇ ਨੇ ਹਰ ਚੋਲੀ ਦੇ ਸਵਾਰੀ, ਕੱਢ ਪੈਦੀ ਭਗਤ ਕਰ। ਭਾਵ ਇਸ ਸਰੀਰ ਦੇ ਨਾਲ ਬੰਦਗੀ ਕਰਨੀ ਸ਼ੁਰੂ ਕਰ ਦੇ। ਤੇਰਾ ਜਿਹੜਾ ਦੇਹ, ਤੇਰੀ ਦੇਹੀ ਇਹ ਸਵਾਰੀ ਜਾਣੀ ਹੈ,
ਇਹਨੂੰ ਪੂਜਣਾ, ਇਹਨੂੰ ਮੰਨਣਾ, ਇਹ ਦੇਹੀ ਨੇ ਮਾਣ ਪਾਉਣਾ। ਇਸ ਦੇਹੀ ਦੇ ਨਾਲ ਜਦੋਂ ਹੁਣ ਪੈਰਾਂ ਦੇ ਨਾਲ ਵੀ ਮਿੱਟੀ ਛੂਹ ਜਾਂਦੀ, ਉਹ ਤਾਂ ਮਿੱਟੀ ਵੀ ਮਾਣ ਪਾਉਂਦੀ ਹੈ। ਪਰ ਜਿਸ ਨੇ ਇਸ ਦੇਹੀ ਨੂੰ ਸਵਾਰ ਲਿਆ, ਭਗਤੀ ਦੀ ਕਢਾਈ ਕਰ ਲਈ ਇਸ ਦੇਹੀ ਦੇ ਉੱਤੇ, ਇਸ ਦੇਹੀ ਦੇ ਨਾਲ ਬੰਦਗੀ ਕਰ ਲਈ, ਉਹਦੀ ਗੱਲ ਪਾਤਸ਼ਾਹ ਕਰਦੇ ਆ। ਹਰ ਪਾਟ ਲੱਗਾ ਅਧਿਕਾਈ, ਬਹੁ ਬਹੁ ਬਿਦ ਭਾਤ ਕਰ। ਹੁਣ ਜਿੱਦਾਂ ਕਢਾਈ ਵੀ ਆਪਣੇ ਹਿਸਾਬ ਨਾਲ ਕਰਨੀ, ਅਤੇ ਜਿੱਦਾਂ ਕੋਈ ਕਲਾਕਾਰ ਹੁੰਦਾ ਉੱਦਾਂ ਦੀ ਉਹ ਕਢਾਈ ਕਰ ਦਿੰਦਾ। ਜਿਹੜੇ ਭਗਤ ਜਨ ਨੇ ਨਾ, ਫਿਰ ਜਦੋਂ ਰੱਬ ਫਿਰ ਕਢਾਈ ਕਰਨੀ ਸਿਖਾਲ ਦਿੰਦਾ, ਉਹ ਕੀ ਕਰਦਾ, ਪਾਟ ਲੱਗਾ ਅਧਿਕਾਈ। ਸੋ ਇਸ ਦੇਹੀ ਦੇ ਉੱਤੇ ਰੇਸ਼ਮ ਦੇ ਧਾਗੇ ਦੇ ਨਾਲ ਕਢਾਈਆਂ ਕਰਦੇ ਨੇ। ਪਾਟ ਲੱਗਾ ਧਾਗੇ ਦੇ ਨਾਲ ਕਢਾਈਆਂ ਇੰਨੀਆਂ ਸੋਹਣੀਆਂ ਕਰਦੇ, ਫਿਰ ਕਰਦੇ ਕਹਿੰਦੇ ਬਹੁ ਬਹੁ ਵਿਧ ਭਾਂਤ ਕਰ, ਅਨੇਕ ਪ੍ਰਕਾਰ ਦੇ ਨਾਲ ਇਹਦੇ 'ਤੇ ਕਢਾਈ ਕਰਦੇ। ਸੋ ਭਾਵ ਜਿਹੜੇ ਰੱਬ ਦੇ ਪਿਆਰੇ ਭਗਤ ਜਨ ਹੁੰਦੇ ਨੇ, ਉਹਨਾਂ ਦੇ ਬੋਲ ਵੀ ਬੜੇ ਮਿੱਠੇ ਬੜੇ ਪਿਆਰੇ, ਉਹਨਾਂ ਦੇ ਕੰਮ ਵੀ ਬੜੇ ਮਿੱਠੇ ਬੜੇ ਪਿਆਰੇ। ਕਢਾਈ ਤਾਂ ਹੈ ਸਾਰੀ, ਉਹਨਾਂ ਨੇ ਕਿਹੜਾ ਕਿਸੇ ਤੋਂ ਨਕਲ ਕਰਨੀ। ਉਹਨਾਂ ਦੇ ਬੋਲਾਂ ਦੀ, ਉਹਦੇ ਦੇ ਬੋਲ ਆਪਣੇ ਨੇ, ਆਪਣੇ ਕੱਢੇ ਹੋਏ ਨੇ, ਅੰਦਰੋਂ ਕੱਢੇ ਹੋਏ ਨੇ। ਉਹਨਾਂ ਦੇ ਜਿਹੜੇ ਕਰਮ ਨੇ, ਉਹਨਾਂ ਦੇ ਆਪਣੇ ਨੇ, ਕਿਸੇ ਦੇ ਥੋੜ੍ਹੀ ਹੈ, ਉਹ ਆਪਣੇ ਨੇ, ਉਹ ਗੁਰੂ ਨੇ ਸੋਝੀ ਦਿੱਤੀ। ਅਤੇ ਇਸ ਦੇਹੀ ਨੂੰ ਬੋਲਾਂ ਕਰਕੇ ਵੀ ਉਹਨਾਂ ਨੇ ਸਵਾਰ ਲਿਆ, ਅਤੇ ਇਸ ਦੇਹੀ ਦੇ ਨਾਲ ਕਰਮ ਕਰਕੇ ਵੀ ਉਹਨਾਂ ਨੇ ਇਸ ਦੇਹੀ ਨੂੰ ਸਵਾਰ ਲਿਆ। ਬਹੁ ਬਹੁ ਬਿਦ ਭਾਤ ਕਰ। ਪਾਤਸ਼ਾਹ ਅੱਗੇ ਕਹਿੰਦੇ ਨੇ, ਕੋਈ ਬੂਝਣ ਹਾਰਾ ਅੰਤਰ ਵਿਵੇਕ ਕਰ। ਇਸ ਗੱਲ ਨੂੰ ਨਹੀਂ ਸਾਰੇ ਸਮਝ ਸਕਦੇ, ਇਹ ਅੰਦਰਲੀਆਂ ਗੱਲਾਂ ਨੇ। ਪਾਤਸ਼ਾਹ ਕਹਿੰਦੇ ਜਿਹੜਾ ਅੰਦਰੋਂ ਵਿਵੇਕ ਹੋ ਜਾਂਦਾ, ਅੰਦਰੋਂ ਪਵਿੱਤਰ ਹੋ ਜਾਂਦਾ, ਅੰਦਰੋਂ ਨਿਰਮਲ ਹੋ ਜਾਂਦਾ, ਅੰਦਰੋਂ ਵਿਚਾਰਵਾਨ ਹੋ ਜਾਂਦਾ, ਉਹ ਕੋਈ ਆ ਬੁੱਝਣ ਹਾਰਾ ਬਣ ਕੇ ਇਸ ਗੱਲ ਨੂੰ ਬੁੱਝ ਸਕਦਾ। ਬੁਝਾਰਤ ਹੈ, ਸੰਸਾਰ ਹੈ ਹੀ ਸਾਰਾ ਬੁਝਾਰਤ ਹੈ। ਸਾਰਾ ਸੰਸਾਰ ਇੱਕ ਮੰਧਾਵਣੀ ਹੈ, ਬੁਝਾਰਤ ਹੀ ਹੈ। ਜਿਸ ਦੀ ਵਿਵੇਕ ਬੁੱਧ ਹੋ ਗਈ, ਕਹਿੰਦੇ ਉਹ ਬੁੱਝ ਸਕਦਾ, ਸਾਰੇ ਨਹੀਂ ਬੁੱਝ ਸਕਦੇ, ਵਿਵੇਕ ਬੁੱਧ ਵੀ ਆਪ ਹੀ ਕਰਦਾ। ਸੋ ਬੁਝੈ ਏ ਵਿਵੇਕ ਜਿਸ ਬੁਝਾਏ ਆਪ ਹਰਿ। ਇੱਥੇ ਕਲੀਅਰ ਕਰਤੀ ਮਹਾਰਾਜ ਨੇ ਗੱਲ। ਕਹਿੰਦੇ ਵਿਵੇਕ ਦੀ ਵਿਚਾਰ ਹੈ, ਉਹੀਓ ਬੁੱਝਦਾ ਜਿਸ ਨੂੰ ਸਤਿਗੁਰੂ ਜੀ ਮਹਾਰਾਜ ਵਿਵੇਕ ਬੁੱਧ ਬਖਸ਼ਿਸ਼ ਕਰਦੇ ਨੇ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਜਨ ਨਾਨਕ ਕਹਿ ਵਿਚਾਰਾ। ਸੋ ਜਨ ਨਾਨਕ ਇਹ ਗੱਲ ਹੁਣ ਕਹਿ ਰਿਹਾ ਵਿਚਾਰਾ। ਸੋ ਭਾਵ ਮੈਂ ਵਿਚਾਰਾ, ਜਦੋਂ ਜਨ ਕਹਿ ਦਿੱਤਾ ਜਨ ਵਿਚਾਰਾ ਹੀ ਹੁੰਦਾ। ਸੇਵਕ ਕਹਿਤਾ, ਸੇਵਕ ਕਹਿੰਦਾ ਮੈਂ ਤਾਂ ਕੁਝ ਨਹੀਂ ਕਰ ਸਕਦਾ, ਫਿਰ ਵਿਚਾਰਾ ਹੀ ਹੋਇਆ। ਮੇਰੇ ਕੋਲ ਤਾਂ ਕੁਝ ਨਹੀਂ ਹੁੰਦਾ ਵੀ, ਜਿੱਦਾਂ ਮੈਨੂੰ ਕਹਿੰਦਾ ਮਾਲਕ ਮੈਂ ਕਰਦਾ। ਜਨ ਨਾਨਕ ਕਹੈ ਵਿਚਾਰਾ। ਜਨ ਹੀ ਸ਼ਬਦ ਜਿਹੜਾ ਬਹੁਤ ਵੱਡਾ ਆ। ਸੇਵਕਾਂ ਦਾ ਸੇਵਕ ਹੋਵੇ ਤਾਂ ਜਨ ਹੁੰਦਾ, ਨਾਲੇ ਵਿਚਾਰਾ ਕਹਤਾ। ਜਨ ਵੀ ਹਾਂ, ਸੇਵਕ ਵੀ ਹਾਂ। ਸੇਵਕ ਵੀ ਉਹ ਹੈ ਜਿਹੜਾ ਕੱਖ ਨਹੀਂ ਕਰ ਸਕਦਾ ਉਹਦੇ ਤੋਂ ਬਿਨਾਂ, ਵਿਚਾਰਾ। ਗੁਰਮੁਖ ਹਰ ਸਤ ਹਰ। ਉਹ ਕੀ ਕਹਿੰਦਾ ਵੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹੀ ਸਤ ਹੁੰਦੇ ਨੇ। ਉਹ ਸਤ ਕਿਉਂ ਹੁੰਦੇ ਨੇ? ਕਿਉਂਕਿ ਉਹਨਾਂ ਦੇ ਅੰਦਰ ਹਰੀ ਹੁੰਦਾ, ਉਹਨਾਂ ਦੇ ਹਰੀ ਹੁੰਦਾ, ਉਹਨਾਂ ਦੇ ਅੰਦਰ ਹਰੀ ਹੁੰਦਾ। ਧੰਨ ਗੁਰੂ ਅਮਰਦਾਸ ਜੀ ਨੇ ਇਹ ਗੱਲ ਕਹਿ ਦਿੱਤੀ। ਤਦੇ ਭਾਈ ਪਾਰੂ ਜੁਲਕਾ ਨੂੰ ਮਹਾਰਾਜ ਨੇ ਕਹਿ ਦਿੱਤਾ ਸੀ, ਕਹਿੰਦੇ ਸੋ ਤੁਹਾਡਾ ਜਿਹੜਾ ਜੀਵਨ ਸਫਲ ਹੋ ਗਿਆ। ਅਸੀਂ ਚਾਹੁੰਦੇ ਵੀ ਹੁਣ ਤੁਸੀਂ ਗੁਰਤਾ ਗੱਦੀ 'ਤੇ ਬਹਿ ਜਾਓ, ਸੇਵਾ ਨਿਭਾਓ। ਕਹਿੰਦੇ ਮਹਾਰਾਜ ਇਹ ਤਾਂ ਕਦੀ ਵੀ ਨਹੀਂ ਹੋ ਸਕਦਾ। ਕਹਿੰਦੇ ਤੁਸੀਂ ਸੱਤ ਰੂਪ ਹੋ ਗਏ ਆ, ਉਹਦਾ ਰੂਪ ਹੋ ਗਏ, ਅਤੇ ਜਾਵੇ ਅੱਠੇ ਪੈਰਾਂ ਦੇ ਵਿੱਚ ਤੁਸੀਂ ਸਾਡੇ ਵਿੱਚ ਸਮਾ ਜਾਓ। ਕਹਿੰਦੇ ਇਹ ਕੰਮ ਕਰ ਜਾਣਾ, ਪਰ ਇਹ ਨਹੀਂ ਹੋਣਾ ਗੁਰਤਾ ਗੱਦੀ 'ਤੇ ਬਹਿਣਾ। ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ। ਇਸੇ ਕਰਕੇ ਮਹਾਰਾਜ ਕਹਿੰਦੇ ਹਰ ਸਤ ਹਰ। ਪਿਸ ਉਹੀ ਉਹ ਸੱਤ ਬਣ ਗਿਆ ਜਿਹਦੇ ਅੰਦਰ ਹਰੀ ਆ ਗਿਆ। ਅਤੇ ਇਹ ਗੱਲ ਕਹਿੰਦੇ ਮੈਂ ਕਹਿ ਰਿਹਾ, ਪਰ ਵਿਚਾਰਾ ਬਣ ਕੇ ਕਹਿ ਰਿਹਾ, ਵਿਚਾਰਾ ਬਣ ਕੇ।
ਵੀ ਉਹਦਾ ਜਨ ਉਹਦਾ ਰੂਪ ਹੋ ਜਾਂਦਾ। ਕਹਿੰਦੇ ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾਤੇ ਗੁਰ ਤਾਂ ਪਾਇਆ ਸਹਿ ਛੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਹੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਤੇ ਸੋ ਪਾਵੇਂ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਂ, ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਹਾਂ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਹਾਂ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਮਾਤ ਪਿਤਾ ਹਮ ਬਾਰਕ ਤੇ, ਤੁਮਰੀ ਕਿਰਪਾ ਸੁਖ ਕਰੇ। ਕੋਈ ਨ ਜਾਣ ਤੁਮਰਾ ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਹਿ ਸੂਤਰ ਤਾਰੇ। ਤੁਮ ਤੇ ਹੋਏ ਸੁਭਾਗਿਆਕਾਰੀ, ਤੁਮਰੀ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸ਼ੁਰੂ ਕਰ ਗੁਰੂ ਨਾਨਕ ਨਹੀਂ ਧਿਆਏ। ਪੰਗਤ ਤੁਤੇ ਅਰਦਾਸ ਰਾਮ ਦਾਸ ਸਹਾਇਆ। ਸ਼੍ਰੀ ਹਰਿਕ੍ਰਿਸ਼ਨ ਧਿਆਈ ਜੈ ਜੈ ਜਿਥੇ ਸਭ ਜਾਏ। ਤੇ ਵਾਹਿਗੁਰੂ ਸਿਰੇ ਅਪਰਮ ਦਿਓ ਤਾਜ ਸੰਸਾਰ ਸਹਾਈ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਥਾਈ ਗੁਰੂ ਸਹਾਈ। ਦਸਵਾਂ ਪਾਤਸ਼ਾਹ ਨੂੰ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। 50 ਪਿਆਰਿਆਂ ਜਿਉਂ ਸਜਾਦਿਆਂ, 40 ਮੁਕਤਿਆਂ, ਹੱਟੀਆਂ ਜੱਗੀਆਂ ਕੱਟੀਆਂ ਸਿੱਧਾਂ। ਜਿਨ੍ਹਾਂ ਦੀ ਰਖਾਂ ਪਿਆਰ ਬਣ ਚੁੱਕਿਆ, ਦੀਪ ਜਲਾਈ ਦੇਵਾ ਦੇਖ ਕੇ ਅਡਟੀ ਜਾਂਦੇ ਨਾ। ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਦਿਖਾ ਗਿਆ ਸਿੱਖੀ ਸਿੱਧੀ ਤੇਰਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਕੀ ਅਰਦਾਸ
ਵਾਹਿਗੁਰੂ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਹੀ ਮਤ ਜੀ ਮਾਤੇ ਪਾਲੇ ਕੇ ਰੱਖੇ ਇਹ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਕਿਰਪਾ ਕੇ ਕਿਰਪਾ ਕਰੀ ਸਜੇ ਜਵਾੜਾ ਨੇਮ ਦੀਆਂ ਬਾਣੀਆਂ ਦੀ ਰਾਤ ਹੋਏ ਆਸਾ ਜੀ ਦੀ ਵਰਤੀ ਦੀ ਸ਼ਬਦ ਦੀ ਵਿਚਾਰ ਦਾ ਸਹਿਜ ਸ਼ੇਖ ਹੋ ਉਲਾਦ ਪਾਕੇ ਬਾਣੀ ਦਾ ਮਹੱਤਵ ਸੰਤਾਂ ਨੂੰ ਦਿਲ ਕੁਲ ਹਾਜ਼ਰ ਦਰ ਪ੍ਰਵਾਸ ਕਰਨਾ ਸਰਵਾ ਸੰਤਾਂ ਨੂੰ ਕਾਮਨਾ ਬਖਸ਼ੀਆਂ ਦਾ ਬੜਾ ਪ੍ਰਸ਼ਾਦੀਆਂ ਦੀ ਕਮਾ ਗਰੀਬ ਰਾਏ ਸੀਤ ਪ੍ਰਸ਼ਾਦ ਸੰਤਾਂ ਵਿੱਚ ਵਰਤੇ ਜੋ ਇਸ਼ਕ ਆਪ ਦਾ ਨਾਮ ਤੇ ਕਰੋ ਜੀ ਸਹੀ ਪਿਆਰੇ ਮਿਲਣੇ ਜਨਾਬ ਦੇ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗਿਆ ਕਈਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਦੇ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਸੰਭਲਾਂਗੇ ਬਚੇ ਸ਼ਰਨ ਜੋ ਹੋਏ ਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਸਰਦਾ ਕਰ ਸਿੰਘ ਦੇ ਗੁਰੂ ਪਾਰ ਉਤਾਰਨ ਹਾਰ ਰਾਜਾ ਕੇ ਹਾਥ ਮੈਂ ਕਲਗੀ ਸੋਏ ਸੀਸ ਵਰੀ ਰਛਿਆ ਕਰੀ ਗੁਰੂ ਕਲਗੀ ਧਰ ਜਗਦੀਸ਼ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹਾ ਤਉ ਦੁਧੈ ਕਉ ਜਾਵਹੁ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁਧੈ ਕਉ ਜਾਵਹੁ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ ਜਪ ਹੋਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ ਇਹ ਮਨ ਈਟੀ ਹਾਥ ਕਰਹੁ ਫੁਨ ਨਿਤਰੋ ਨੀਂਦ ਨ ਆਵੈ ਰਸਨਾ ਨਾਮ ਜਪਹੁ ਤਬ ਮਥੀਐ ਇਨ ਬਿਧ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਧ ਸਾਹਿਬ ਰਵਤ ਰਹੈ ਕਹਿ ਦੇ ਕਹਿ ਹੈ ਕਹੇ ਕਹਿ ਜਾਵਹਿ ਤੁਮ ਸਰ ਅਵਰ ਨ ਕੋਈ ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ ਕਹਿ ਦੇ ਕਹਿ ਹੈ ਕਹੇ ਕਹਿ ਜਾਵਹਿ ਤੁਮ ਸਰ ਅਵਰ ਨ ਕੋਈ ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ। ਹੇ ਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।